श्री मुक्तसर साहिब प्रशासन को पहले से दिए गए अल्टीमेटम के मुताबिक आज खेत मजदूर संगठनों एवं अन्य जत्थेबंदियों ने एकत्रित होकर सरकार के खिलाफ जमकर भड़ास निकाली। इसके उपरांत एक पैदल मार्च करते हुए मजदूर संगठन सचिवालय के समक्ष पहुंच गए। दोपहर बीतने के पश्चात जब कोई भी अधिकारी ज्ञापन तक लेने नहीं पहुंचा तो मजदूरों का रोष और बढ़ गया। मजदूरों ने सड़क को जाम कर दिया। इसके बाद सुरक्षा तंत्र हरकत में आया। कुछ देर बाद मौके पर पहुंचकर तहसीलदार ने ज्ञापन लिया। तब कहीं जाकर मजदूरों का सरकार के खिलाफ रोष प्रदर्शन समाप्त हुआ। सर की नाम ਤੁਹਾਡਾ ਕਿਹੜੀ ਜਥੇਬੰਦੀ ਦੇ? मेरा नाम लखवंत किरती है जी। मैं सूबा कमेटी मैंबर पेंडू मजदूर पंजाब। ਸਰ ਤੁਸੀਂ ਮੁਕਤੀ ਮਨਾਰ ਇਕੱਠੇ ਹੋ, ਕੀ ਕਰਨਾ ਤੁਹਾਨੂੰ ਬਾਰ-ਬਾਰ ਇਕੱਠੇ ਹੋਣਾ ਪੈਂਦਾ? ਅੱਜ ਪੂਰੇ ਪੰਜਾਬ ਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਉਹ ਡੀਸੀ ਦਫ਼ਤਰਾਂ ਤੇ ਇੱਕ ਦਿਨ ਦਾ ਧਰਨਾ ਦੇ ਕੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ, ਕਿਉਂਕਿ ਜਿਹੜੀ ਸਰਕਾਰ ਮੌਜੂਦਾ ਸਰਕਾਰ ਜਦੋਂ ਸੱਤਾ 'ਚ ਆਈ ਆ ਉਹ ਪਹਿਲੀ ਵਾਰ ਪੰਜਾਬ 'ਚ ਇਹ ਹੋਇਆ ਕਿ ਬਿਨਾਂ ਮਨੋਰਥ ਪੱਤਰ ਜਾਰੀ ਕੀਤੇ ਕਿਸੇ ਸਰਕਾਰ ਨੂੰ ਬਹੁਮਤ ਮਿਲਿਆ। ਪਰ ਇਹ ਸਰਕਾਰ ਨੇ ਇੰਨੀ ਸ਼ਰਮਨਾਕ ਕਰਤੂਤਾਂ ਕੀਤੀਆਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਰੋਟੀ ਤੋਂ ਆਤਰ ਹੋਏ ਬੈਠੇ ਆ, ਉਹਨਾਂ ਕੋਲੇ ਕੋਈ ਰੁਜ਼ਗਾਰ ਨਹੀਂ ਹੈ। ਪਰ ਸਰਕਾਰ ਦੀ ਕਿਸੇ ਏਜੰਡੇ ਤੇ ਇਹ ਗੱਲ ਨਹੀਂ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇਣਾ। ਲੋਕਾਂ ਕੋਲ ਰੋਟੀ ਖਾਣ ਦੇ ਲਈ ਪੈਸਾ ਨਹੀਂ ਹੈ। ਲੋਕ ਗੰਭੀਰ ਬਿਮਾਰੀਆਂ ਦੇ ਨਾਲ ਉਹ ਜੂਝ ਕੇ ਮਰ ਰਹੇ ਆ। ਸਿਹਤ ਜਿਹੜੀਆਂ ਸਹੂਲਤਾਂ ਉਹਨਾਂ ਦਾ ਬੜਾ ਬੁਰਾ ਹਾਲ ਆ ਔਰ ਲੋਕਾਂ ਦੇ ਮੀਂਹ ਦੇ ਕਾਰਨ ਘਰ ਡਿੱਗ ਰਹੇ ਆ, ਮਜ਼ਦੂਰਾਂ ਦੇ ਘਰ ਢਹਿ ਰਹੇ ਆ, ਲੋਕ ਉਹਨਾਂ ਮਕਾਨਾਂ ਦੇ ਹੇਠਾਂ ਆ ਕੇ ਮਰ ਰਹੇ ਆ। ਪਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਹਨਾਂ ਦਾ ਕਿਸੇ ਨੇ ਅੱਜ ਤੱਕ ਹਾਲ ਵੀ ਆ ਕੇ ਨਹੀਂ ਪੁੱਛਿਆ। ਇਸ ਕਰਕੇ ਅੱਜ ਅਸੀਂ ਇਸ ਸਰਕਾਰ ਨੂੰ ਮੰਗ ਪੱਤਰ ਦੇ ਕੇ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਭਾਈ ਜਿਹੜੇ ਮਜ਼ਦੂਰਾਂ ਦੀਆਂ ਸਮੱਸਿਆਵਾਂ, ਰੁਜ਼ਗਾਰ, ਰੋਟੀ ਤੇ ਜਿਹੜੀਆਂ ਸਿਹਤ ਸਹੂਲਤਾਂ ਔਰ ਜਿਹੜਾ ਪਾਣੀ ਦਾ ਮਸਲਾ ਔਰ ਹੋਰ ਬੜੇ ਗੰਭੀਰ ਮੁੱਦੇ ਆ, ਕਰਜ਼ਾ ਮਾਫੀ ਦਾ ਸਵਾਲ ਜਿਹੜਾ ਸਭ ਤੋਂ ਵੱਡਾ ਔਰ ਪੰਚਾਇਤੀ ਜ਼ਮੀਨਾਂ ਦਾ ਸਵਾਲ ਆ, ਜਿਹੜਾ ਇਹਨਾਂ ਸਵਾਲਾਂ ਤੇ ਸਰਕਾਰ ਜਲਦੀ ਤੋਂ ਜਲਦੀ ਕੋਈ ਹੱਲ ਕੱਢੇ। ਨਹੀਂ ਤਾਂ ਅਸੀਂ ਜੋ ਪੰਜਾਬ ਦਾ ਸੱਦਾ ਆਊਗਾ ਸਾਂਝੇ ਮੋਰਚੇ ਦੀ ਜਿਹੜੀ ਸੂਬਾ ਕਮੇਟੀ ਜੋ ਫੈਸਲਾ ਕਰੇਗੀ ਅਸੀਂ ਉਹ 'ਤੇ ਫੁੱਲ ਚੜਾਵਾਂਗੇ। ਵੱਧ ਚੜ੍ਹ ਕੇ ਤਿੱਖੇ ਤੋਂ ਤਿੱਖਾ ਸੰਘਰਸ਼ ਲੜਨ ਲਈ ਤਿਆਰ ਹਾਂ। ਸਰ ਕੀ ਨਾਮ ਆਪਣਾ, ਕਿਹੜੀ ਜਥੇਬੰਦੀ ਦੇ? ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਕਮੇਟੀ ਮੈਂਬਰ ਹਾਂ। ਸਰ ਮੁਕਤੀ ਮਨਾਰ ਤੁਸੀਂ ਵਾਰ-ਵਾਰ ਆ ਰਹੇ ਹੋ, ਕੀ ਕਰਨਾ ਜੀ? ਇਹ ਸਾਡੇ ਖੇਤ ਮਜ਼ਦੂਰਾਂ ਦੀਆਂ ਜੋ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਇਦੋਂ ਵਾਲੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਮੰਨ ਲਿਆ, ਪਰ ਕੁਛ ਉਹਨਾਂ ਨੇ ਲਾਗੂ ਵੀ ਕਰਤੀਆਂ ਸੀ, ਪਰ ਹਜੇ ਪੂਰੇ ਰੂਪ 'ਚ ਲਾਗੂ ਨਹੀਂ ਹੋਈਆਂ। ਜਿਹੜੀ ਇਸ ਸਰਕਾਰ ਨੇ ਸਾਡੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਨੇ, ਕਿਉਂਕਿ ਜਦੋਂ ਆਉਣ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਖੇਤ ਮਜ਼ਦੂਰਾਂ ਨੂੰ ਉਹ ਝਾਂਸੇ ਦਿੱਤੇ ਗਏ, ਬਹੁਤ ਸਾਰੀਆਂ ਉਹਨਾਂ ਨਾਲ ਲਾਰੇ ਲਾਏ ਗਏ ਕਿ ਸਾਡੀ ਸਰਕਾਰ ਆਉਣ ਦਿਓ, ਜਿਹੜੇ ਕਿਉਂਕਿ ਦੂਜੇ ਦਾ 75 ਸਾਲ ਤੁਹਾਨੂੰ ਲੁੱਟਦੇ ਰਹੇ ਆ, ਇਸ ਕਰਕੇ ਸਾਡੀ ਸਰਕਾਰ ਆਊਗੀ, ਉਹ ਤੁਹਾਡੀ ਸਰਕਾਰ ਹੋਊਗੀ, ਤੁਸੀਂ ਜੋ ਵੀ ਮਰਜ਼ੀ ਤੁਹਾਡੇ ਕੰਮ ਹੋਣਗੇ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ। ਪਰ ਅੱਜ ਦੀ ਜਦੋਂ ਤੱਕ ਹੁਣ ਸਰਕਾਰ ਬਣੀ ਨੇ, ਜਿੱਡੀਆਂ ਆਸਾਂ ਤੇ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ 72% ਵੋਟਾਂ ਪਾ ਕੇ ਉਹ ਸਰਕਾਰ ਲੈ ਕੇ ਆਉਂਦੀ ਆ 92%, ਅਤੇ ਜੇ ਉਹ ਸਰਕਾਰ ਅੱਜ ਉਹਨਾਂ ਖੇਤ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ, ਉਹਨਾਂ ਦੀ ਕੋਈ ਸਾਰ ਨਹੀਂ ਲਈ। ਤੁਸੀਂ ਦੇਖੋ ਪਿਛਲੇ ਦਿਨ ਹੀ ਇਹਨਾਂ ਨੇ ਬਜਟ ਪੇਸ਼ ਕੀਤਾ ਹੈ, ਉਸ ਬਜਟ ਦੇ ਵਿੱਚ ਖੇਤ ਮਜ਼ਦੂਰਾਂ ਦੇ ਵਾਸਤੇ ਇੱਕ ਸ਼ਬਦ ਨਹੀਂ ਬੋਲਿਆ। ਤੁਸੀਂ ਉਹ ਬਜਟ ਸਾਰਾ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਜਿਹੜੇ ਖੇਤ ਮਜ਼ਦੂਰਾਂ ਵਾਸਤੇ ਇੱਕ ਸ਼ਬਦ ਨਹੀਂ ਬੋਲਿਆ ਗਿਆ ਵੀ ਯਾਰ ਇਹ ਕੀ ਕਹੀਏ ਨੇ ਸਰਕਾਰ ਨੂੰ, ਵੀ ਜਿਹੜੀ ਕਹਿੰਦੀ ਸੀ ਸਾਡੇ ਖੇਤ ਮਜ਼ਦੂਰਾਂ ਵਾਸਤੇ ਅਸੀਂ ਪਹਿਲ ਦੇ ਆਧਾਰ 'ਤੇ ਆਵਾਂਗੇ ਅਤੇ ਪਹਿਲ ਦੇ ਆਧਾਰ 'ਤੇ ਉਹਨਾਂ ਦੀ ਸਾਰ ਲਵਾਂਗੇ, ਪਰ ਅੱਜ ਉਹਨਾਂ ਨੂੰ ਖੇਤ ਮਜ਼ਦੂਰਾਂ ਨੂੰ ਵਿਸਾਰਿਆ ਹੋਇਆ। ਖੇਤ ਮਜ਼ਦੂਰਾਂ ਦੀ ਅਸਲ ਹਾਲਤ ਕੀ ਹੈ ਕਿ ਅੱਜ ਕਰਜ਼ੇ ਕਾਰਨ ਕਰਕੇ ਸਾਡੀਆਂ ਜਿਹੜੀਆਂ ਔਰਤਾਂ ਨੇ ਉਹ 4-4 5-5 ਕੰਪਨੀਆਂ ਦੇ ਪੈਸੇ ਚੱਕ ਰਹੀਆਂ ਨੇ, ਅਤੇ ਉਹਨਾਂ ਨੂੰ ਜਦੋਂ ਕਿਸ਼ਤ ਨਹੀਂ ਭਰੀ ਜਾ ਰਹੀ, ਅਤੇ ਆਉਣ ਵਾਲੇ ਦਿਨ ਹਾਲਾਤ ਇਹ ਬਣਨੇ ਕਿ ਜਿੱਥੇ ਸਾਡੇ ਬੰਦੇ ਅੱਗੇ ਆਤਮ ਹੱਤਿਆ ਕਰਦੇ, ਖੁਦਕੁਸ਼ੀਆਂ ਕਰਦੇ ਸੀ, ਹੁਣ ਸਾਡੀ ਵੱਡੀ ਗਿਣਤੀ 'ਚ ਔਰਤਾਂ ਨੂੰ ਇਸ ਗੇੜ 'ਚ ਪੈਣਾ ਕਿਉਂਕਿ ਪਿੰਡਾਂ ਦੇ ਵਿੱਚ ਫਸਲਾਂ ਮਰ ਗਈਆਂ, ਨਰਮੇ ਮਰ ਗਏ। ਪਹਿਲਾਂ ਮਰੀਆਂ ਹੋਈਆਂ ਨਾ ਨਰਮੇ ਦਾ ਮੁਆਵਜ਼ਾ ਮਜ਼ਦੂਰਾਂ ਨੂੰ ਦਿੱਤਾ ਨਹੀਂ, ਦੁਬਾਰੇ ਫਿਰ ਨਰਮਾ ਮਰ ਗਿਆ। ਹੁਣ ਸਾਡੇ ਕਰਜ਼ਾ ਹੋਰ ਸਾਡੀ ਭੁੱਖਮਰੀ ਅਤੇ ਗਰੀਬੀ ਦੇ ਨਾਲ ਸਾਡੇ ਖੇਤ ਮਜ਼ਦੂਰਾਂ ਦੇ ਘਰਾਂ 'ਚ ਹੋਰ ਬੁਰੀ ਹਾਲਤ ਹੋਣੀ ਆ, ਉਹ ਸੱਥਰ ਵਿਛਣੇ ਆ। ਉਹਦੀ ਜ਼ਿੰਮੇਵਾਰ ਇਹ ਮਾਨ ਸਰਕਾਰ ਹੋਊਗੀ, ਕਿਉਂਕਿ ਜਿਹੜੀ ਮਾਨ ਸਰਕਾਰ ਨੇ ਸਾਡੇ ਲੋਕਾਂ ਨਾਲ ਵਾਅਦੇ ਕਰਕੇ ਹੁਣ ਤੱਕ ਸਾਰ ਨਹੀਂ ਲਈ। ਇਸ ਕਰਕੇ ਅਸੀਂ ਮਜਬੂਰੀ ਬਸ ਇੱਥੇ ਹੁਕੂਮਤ ਨੂੰ ਦੱਸਣ ਆਏ ਆ ਕਿ ਜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਲਾਗੂ ਕਰੋ। ਜੇ ਲਾਗੂ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਉਹਨਾਂ ਵਾਸਤੇ ਇਹ ਖੇਤ ਮਜ਼ਦੂਰ ਕੋਈ ਸਮੱਸਿਆ ਖੜੀ ਕਰਨਗੇ, ਉਹਦੀ ਜ਼ਿੰਮੇਵਾਰੀ ਇੱਥੋਂ ਦੀ ਮਾਨ ਸਰਕਾਰ ਹੋਊਗੀ। ਨਹੀਂ ਸਾਡੇ ਖੇਤ ਮਜ਼ਦੂਰਾਂ ਨੂੰ ਜੋ ਵੀ ਉਹਨਾਂ ਦੇ ਕਰਜ਼ੇ ਨੇ, ਨਰਮੇ ਦੀ ਚੁਗਾਈ ਦਾ ਮੁਆਵਜ਼ਾ, ਉਹਨਾਂ ਦੇ ਕਮਰੇ ਆ, ਉਹਨਾਂ ਦੇ ਚੜੇ ਹੋਏ ਕਰਜ਼ੇ ਆ, ਉਹ ਖਤਮ ਕੀਤੇ ਜਾਣ। ਜੇ ਆ ਪਿਛਲੇ ਦਿਨ ਤੁਸੀਂ ਦੇਖਿਆ ਨੇ
ਕਿ ਮੋਦੀ ਹੁਕੂਮਤ ਨੇ 1200 ਕਰੋੜ ਰੁਪਈਆ ਇੱਕ ਹੁਣੇ ਉਹ ਕਾਰਪੋਰੇਟ ਘਰਾਣਿਆਂ ਨੂੰ ਤਾਂ ਮਾਫ ਕਰਤਾ। ਸਾਡੇ ਖੇਤ ਮਜ਼ਦੂਰਾਂ ਦੇ ਕਰਜ਼ੇ ਕਿੰਨੇ ਕਾ ਕਿਸੇ ਲੱਖ ਰੁਪਈਆ ਇੱਕ ਮਜ਼ਦੂਰ ਸਿਰ ਹਾਈ ਨਹੀਂ ਕਰਜ਼ਾ, ਲੱਖ ਤੋਂ ਥੱਲੇ ਨੇ, ਪਰ ਉਹਨਾਂ ਦੇ ਕਰਜ਼ਾ ਮਾਫ ਕਰਨ ਤੋਂ ਭੱਜੇ ਹੋਏ ਨੇ, ਡਰਦੇ ਨੇ। ਇਸ ਕਰਕੇ ਅਸੀਂ ਇਹ ਸਾਰੀਆਂ ਮੰਗਾਂ ਲਾਗੂ ਕਰਾ ਕੇ ਰਹਾਂਗੇ ਜਿੰਨਾ ਚਿਰ ਸਰਕਾਰ ਸਾਡੇ ਮਜ਼ਦੂਰਾਂ ਵੱਲ ਧਿਆਨ ਨਹੀਂ ਦਿੰਦੀ। ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਇਸ ਨੂੰ ਲਾਮਬੰਦ ਕਰਾਂਗੇ, ਵੱਡੀ ਗਿਣਤੀ 'ਚ ਲੋਕਾਂ ਨੂੰ ਤਿਆਰ ਕਰਾਂਗੇ। ਹੁਣ ਅਸੀਂ ਤੋਂ ਬਾਅਦ ਵਿਹਲੇ ਹੀ ਹਾਂ, ਹੋਰ ਕੋਈ ਕੰਮ ਹੈ ਨਹੀਂ ਸਾਡੇ ਕੋਲ, ਖੇਤਾਂ 'ਚ ਤਾਂ ਕੰਮ ਮੁੱਕ ਗਿਆ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅਸੀਂ ਤਿਆਰ ਹਾਂ। ਸਰ ਕੀ ਨਾਮ ਤੁਹਾਡਾ, ਕਿਹੜੀ ਜਥੇਬੰਦੀ? ਮੇਰਾ ਨਾਮ ਗੁਰਜੰਟ ਸਿੰਘ ਹੈ। ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਕਾਰਜਕਾਰੀ ਪ੍ਰਧਾਨ ਹਾਂ, ਜ਼ਿਲ੍ਹਾ ਪ੍ਰਧਾਨ ਹੈ। ਜੋ ਧਰਨਾ ਲੱਗਿਆ ਹੋਇਆ ਮੁਕਤੀ ਮੀਨਾਰ ਦੇ ਵਿੱਚ, ਇਸ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ ਤੇ ਕਿਹਨਾਂ ਨੂੰ ਮਿਲੋਗੇ? ਅੱਜ ਜੋ ਧਰਨਾ ਸਾਡਾ ਡੀਸੀ ਦਫ਼ਤਰ ਲੱਗਿਆ ਹੋਇਆ, ਇਸ ਧਰਨੇ ਤੋਂ ਬਾਅਦ ਅਸੀਂ ਇਹਨਾਂ ਨੂੰ 2:30 ਵਜੇ ਮੰਗ ਪੱਤਰ ਦੇਣ ਉਹਦੇ ਬਾਹਰ ਤੱਕ ਜਾਵਾਂਗੇ, ਉੱਥੇ ਉਹਨੂੰ ਦੇਵਾਂਗੇ ਤੇ ਗਾਂ ਦਾ ਅਗਲਾ ਐਲਾਨ ਕਰਾਂਗੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਸੰਘਰਸ਼ ਨੂੰ ਪਹਿਲ ਦੇਣ ਲੱਗੇ ਆ। ਆਉਣ ਵਾਲੇ ਦਿਨਾਂ 'ਚ ਫਿਰ ਲਗਾਤਾਰ ਅਸੀਂ ਇਹ ਸੰਘਰਸ਼ ਕਰਾਂਗੇ ਤੇ ਉਹ ਸੰਘਰਸ਼ ਵਿੱਢਿਆ ਜਾਊਗਾ, ਉਹਨੂੰ ਚੇਤਾਵਨੀ ਦੇਵਾਂਗੇ। ਸਰ ਕੀ ਨਾਮ ਤੁਹਾਡਾ ਜੀ, ਕਿਹੜੀ ਜਥੇਬੰਦੀ? ਨਾਨਕ ਚੰਦ ਜੀ, ਪੰਜਾਬ ਖੇਤ ਮਜ਼ਦੂਰ ਸਭਾ। ਸਰ ਤੁਸੀਂ ਅੱਜ ਮੁਕਤੀ ਮੀਨਾਰ ਵਿੱਚ ਧਰਨਾ ਲਗਾਏ ਬੈਠੇ ਹੋ, ਕੀ ਕਾਰਨ ਹੈ? ਇਹ ਕਾਰਨ ਹੈ ਜਿਹੜੀ ਸਰਕਾਰ ਬਣੀ ਹੈ, ਇਹਨੇ ਮਜ਼ਦੂਰਾਂ ਨੂੰ ਲਾਰੇ ਦਿੱਤੇ ਸੀ ਵੀ ਤੁਹਾਡਾ ਜੀਵਨ ਪੱਧਰ ਉੱਚਾ ਚੁੱਕਿਆ ਜਾਊਗਾ, ਤੁਹਾਡੀ ਸਿਹਤ ਸਹੂਲਤ ਦਿੱਤੀਆਂ ਜਾਣਗੀਆਂ, ਤੁਹਾਡੇ ਬੱਚਿਆਂ ਦੀ ਪੜ੍ਹਾਈ ਵਧੀਆ ਕੀਤੀ ਜਾਊ। ਉਹ ਜਿੰਨੇ ਵੀ ਇਹਨਾਂ ਨੇ ਲਾਰੇ ਲਾਏ ਸੀ, ਕੋਈ ਵੀ ਵਾਅਦਾ ਜਿਹੜਾ ਵਾਅਦਾ ਸੀ ਉਹ ਕੋਈ ਪੂਰਾ ਨਹੀਂ ਕੀਤਾ। ਗਰੀਬ ਜਮਾਤ ਬਹੁਤ ਦੁਖੀ ਹੋਈ ਪਈ ਹੈ, ਲੋਕਾਂ ਦੇ ਮੀਂਹ ਨਾਲ ਮਕਾਨ ਜਿਹੜੇ ਸੀ ਉਹ ਡਿੱਗੇ ਪਏ ਹੈ। ਇਹਨਾਂ ਨੇ ਕਿਹਾ ਸੀ ਸਰਵੇ ਬਾਅਦ 'ਚ ਕਰਾਂਗੇ, ਪੈਸੇ ਪਹਿਲਾਂ ਦੇਵਾਂਗੇ। ਹਾਲੇ ਤੱਕ ਪੰਜਾਬ ਦੇ ਕਿਸੇ ਇੱਕ ਪਿੰਡ ਦਾ ਨਾਂ ਲੈ ਕੇ ਵਿਖਾ ਦੇਣ ਮਾਨ ਸਰਕਾਰ ਕਿ ਅਸੀਂ ਉਸ ਪਿੰਡ ਦੇ ਵਿੱਚ ਮੁਆਵਜ਼ਾ ਦਿੱਤਾ ਹੈ। ਅਜੇ ਤੱਕ ਕਿਸੇ ਪਿੰਡ 'ਚ ਸਰਵੇ ਵੀ ਨਹੀਂ ਕੀਤਾ, ਕਿਸੇ ਪਿੰਡ 'ਚ ਕਿਸੇ ਮਕਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ। ਗਰੀਬਾਂ ਦੀ ਬਹੁਤ ਬੁਰੀ ਹਾਲਤ ਹੋਈ ਪਈ ਹੈ। ਸਰਕਾਰ ਮਜ਼ਦੂਰਾਂ ਵੱਲ ਬਿਲਕੁਲ ਧਿਆਨ ਨਹੀਂ ਕਰ ਰਹੀ। ਸਰਕਾਰ ਆਉਣ ਤੋਂ ਪਹਿਲਾਂ ਕਹਿੰਦੀ ਕਿ ਪੰਜਾਬ ਦੇ ਵਿੱਚ ਧਰਨਾ ਮੁਕਤ ਸਰਕਾਰ ਹੋਵੇਗੀ, ਕੀ ਹੋਈ? ਬਿਲਕੁਲ ਨਹੀਂ ਧਰਨਾ, ਹਰ ਰੋਜ਼ ਧਰਨੇ ਤੇ ਧਰਨਾ, ਟੀਚਰਾਂ ਦੇ ਧਰਨੇ, ਮੁਲਾਜ਼ਮਾਂ ਦੇ ਧਰਨੇ, ਮਜ਼ਦੂਰਾਂ ਦੇ ਧਰਨੇ, ਕਿਸਾਨਾਂ ਦੇ ਧਰਨੇ, ਹਰ ਰੋਜ਼ ਧਰਨਾ ਲੱਗ ਰਿਹਾ, ਕਿਉਂਕਿ ਹਰੇਕ ਜਮਾਤ ਜਿਹੜੀ ਹੈ ਉਹ ਲਤਾੜੀ ਪਈ ਹੈ, ਨਪੀੜੀ ਪਈ ਹੈ। ਔਰ ਉਹਨਾਂ 'ਚੋਂ ਸਭ ਤੋਂ ਜਿਹੜੀ ਹਾਸ਼ੀਏ ਤੇ ਕੀਤੀ ਹੋਈ ਜਮਾਤ ਹੈ ਉਹ ਮਜ਼ਦੂਰ ਜਮਾਤ ਹੈ। ਔਰ ਸਰਕਾਰ ਆਪਣੇ ਅਫਸਰ ਅਲੱਗ-ਅਲੱਗ ਲੈ ਕੇ ਆਉਂਦੀ ਹੈ, ਇਸ ਵਾਰ ਵੀ ਹੋਇਆ। ਉਹੀ ਬਾਹਾਂ ਹੈ, ਉਹੀ ਘੋੜਾ ਹੈ। ਇਹ ਕਹਿੰਦੇ ਵੀ ਰਿਸ਼ਵਤ ਨਹੀਂ ਚੱਲਦੀ। ਹਰੇਕ ਥਾਣੇ ਦੇ ਵਿੱਚ, ਕਿਸੇ ਕਚਹਿਰੀ 'ਚ, ਕਿਸੇ ਤਹਿਸੀਲ 'ਚ, ਕਿਤੇ ਮਰਜ਼ੀ ਚਲੇ ਜਾਓ, ਪੈਸੇ ਤੋਂ ਬਿਨਾਂ ਕਿਤੇ ਵੀ ਕੰਮ ਨਹੀਂ ਹੁੰਦਾ। ਇਹ ਜ਼ਰੂਰ ਹੈ ਕਿ ਇਹਨਾਂ ਨੇ 2-4 ਮੁਲਾਜ਼ਮ ਡਿਸਮਿਸ ਕੀਤੇ ਹੈ ਜਾਂ ਬਦਲ ਦਿੱਤੇ ਹੈ ਜਾਂ ਸਸਪੈਂਡ ਕਰਤੇ, ਟਰਮੀਨੇਟ ਕਰਤੇ, ਉਹ ਕਰਤੇ ਹੋ ਗਏ, ਪਰ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ। ਕਚਹਿਰੀਆਂ 'ਚ, ਤਹਿਸੀਲਾਂ 'ਚ ਉਸੇ ਤਰ੍ਹਾਂ ਚੱਲ ਰਿਹਾ। ਥਾਣੇ 'ਚ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ, ਬਿਲਕੁਲ ਕੁਛ ਨਹੀਂ ਬਦਲਿਆ।